हे रे बबुआ, समझ नहीं आता रे? हाँ, स्कूल जाता नहीं रे? क्या कर रहे रे? चल रे, कब से कपड़ा तैयार करके रखा है, देखी जा रही है मुँह को। मेरी स्टार्टिंग जो सीगी वो वारदात तो सीगी, जो MH1 ਤੇ ਆਉਂਦਾ ਤੇ ਉਹ ਤੋਂ ਸਟਾਰਟ ਕਰਦੇ ਕਰਦੇ ਮਤਲਬ ਮੈਨੂੰ ਅੱਗੇ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਮਿਲਣ ਲੱਗ ਗਿਆ ਤੇ ਸੌਂਗ ਵਿੱਚ ਕਰਦੇ ਆ, ਸ਼ਾਰਟ ਮੂਵੀਜ਼ ਕਰਦੇ ਆ, ਸਾਈਡ ਰੋਲ ਕਰਦੇ ਆ। ਮਤਲਬ ਮੈਂ ਦੱਸ ਨਹੀਂ ਸਕਦੀ ਵੀ ਹੁਣ ਕਿੰਨੇ ਕੁ ਕੀਤੇ ਨੇ। ਹਾਲੇ ਤੱਕ ਤਾਂ ਮੈਨੂੰ ਐ ਹੁੰਦਾ ਵੀ ਕਈ ਵਾਰੀ ਮੈਂ ਆਪਣੀਆਂ ਖੁਦ ਦੀਆਂ ਫਿਲਮਸ ਦੇਖੀਆਂ ਵੀ ਨਹੀਂ ਅਜੇ ਤੱਕ। ਪਾਪਾ ਫਾਦਰ ਸਾਹਿਬ ਜਿਹੜੇ ਇੱਕ ਆਰਮੀ ਹੋਣ ਕਰਕੇ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਸੀਗੇ। ਉਹਨਾਂ ਦੀ ਥਿੰਕਿੰਗ ਸਿਰਫ ਇੰਨੀ ਸੀਗੀ ਵੀ ਜਾਂ ਤਾਂ ਸਾਡਾ ਬੱਚਾ ਇੱਕ ਗੌਰਮੈਂਟ ਜੌਬ 'ਤੇ ਹੋਣਾ ਚਾਹੀਦਾ ਆ ਜਾਂ ਫਿਰ ਉਹ ਲੈਫਟੀਨੈਂਟ ਕਰਨਲ ਬਣਨਾ ਚਾਹੀਦਾ, ਜਿਵੇਂ ਉਹ ਇਸ ਲਾਈਨ 'ਚੋਂ ਨਿਕਲੇ ਨੇ, ਹੈ ਨਾ। ਮੈਂ ਬਹੁਤ ਕਹਿੰਦੀ ਰਹੀ ਵੀ ਮੈਂ ਇਸ ਲਾਈਨ 'ਚ ਨਹੀਂ ਜਾਣਾ, ਵੀ ਮੈਂ ਕੋਈ ਅਕੈਡਮੀ ਜੁਆਇਨ ਕਰਨੀ ਆ, ਵੀ ਮੈਂ ਡਾਂਸ ਸਿੱਖਣਾ ਆ, ਮੈਂ ਕਰਨਾ। ਉਹ ਮੰਨਦੇ ਨਹੀਂ ਸੀਗੇ। ਸਿਰਫ ਉਹਨਾਂ ਦੀ ਇੱਕੋ ਗੱਲ ਹੁੰਦੀ ਸੀਗੀ ਵੀ ਆਪਦਾ ਤਿਆਰੀ ਕਰ ਪੇਪਰ ਦੀ, ਪੇਪਰ ਆ ਰਹੇ ਨੇ, ਪੋਸਟਾਂ ਨਿਕਲੀਆਂ ਹੋਈਆਂ ਨੇਗੀਆਂ। ਕਿ ਮੇਰੇ ਕੋਲ ਮੈਂ ਐਵੇਂ ਕਹਾਂ, ਮੇਰੇ ਕੋਲ ਇੱਕ ਛੋਟਾ ਜਿਹਾ ਫੋਨ ਹੁੰਦਾ ਸੀ ਵੀਵੋ ਦਾ, ਉਹਦੀ ਸਕਰੀਨ ਵਗੈਰਾ ਸਾਰੀ ਟੁੱਟੀ ਹੋਈ ਸੀਗੀ, ਹੈਂਗ ਹੋ ਜਾਂਦਾ ਸੀ ਇੱਕ ਤਾਂ ਉਹ, ਨਾ ਉਹਦੇ 'ਤੇ ਕੁਛ ਚੱਲਿਆ ਕਰਨਾ, ਨਾ ਉਹਦੇ 'ਚ ਕਲੈਰਿਟੀ। ਬੜਾ ਮੈਨੂੰ ਰੋਣਾ ਆਇਆ ਕਰਨਾ ਵੀ ਮੈਂ ਆਪਣੇ ਪੇਰੈਂਟਸ ਤੋਂ ਜੇ ਮੰਗਦੀ ਹੁੰਦੀ ਸੀ ਪੈਸੇ ਤਾਂ ਮੇਰੇ ਪੇਰੈਂਟਸ ਕਹਿ ਦਿੰਦੇ ਹੁੰਦੇ ਸੀਗੇ ਵੀ ਕੀ ਕਹਿੰਦੇ ਵੀ ਤੂੰ ਕਮਾ ਲਾ, ਕੁਛ ਕਰ ਲਾ, ਤੈਨੂੰ ਇੰਨਾ ਪੜ੍ਹਾਤਾ, ਹੈ ਨਾ, ਵੀ ਤੂੰ ਅਸੀਂ ਨਹੀਂ ਤੈਨੂੰ ਲੈ ਕੇ ਦੇ ਸਕਦੇ ਹੈਗੇ ਫੋਨ। ਮੈਨੂੰ ਇੱਕ ਫ਼ੋਨ ਲਿਆ ਕੇ ਦਿੱਤਾ। ਮੈਂ ਤੁਹਾਨੂੰ ਸਹੀ ਦੱਸਾਂ, ਜਿੱਥੋਂ ਮੇਰੀ ਸ਼ੁਰੂਆਤ ਹੋਈ ਉਹ ਫ਼ੋਨ ਆਇਆ। ਫ਼ੋਨ ਦੇ ਆਉਣ ਨਾਲ ਹੀ ਮਤਲਬ ਮੈਂ ਆਪਦੀ ID ਬਣਾਈ, ਉਹ 'ਤੇ ID ਬਣਾਈ, ਫਿਰ ਮੈਂ ਡਿਲੀਟ ਕਰਤੀ। 3 ਵਾਰ ID ਬਣਾ ਕੇ ਮੈਂ 3 ਵਾਰ ਡਿਲੀਟ ਕੀਤੀ, ਕਿਉਂਕਿ ਆਪਾਂ ਇੱਕ ਨੋਰਮਲ ਫੈਮਲੀਆਂ 'ਚੋਂ ਸੀਗੀਆਂ, ਕਦੇ ਇਹੋ ਜਿਹੇ ਕੰਮ ਕੀਤੇ ਨਹੀਂ ਸੀਗੇ, ਕਦੇ ਮੂਹਰੇ ਨਹੀਂ ਸੀ ਆਏ, ਹੈ ਨਾ, ਲੋਕਾਂ ਦੇ। ਤਾਂ ਮੈਨੂੰ ਐਂ ਹੁੰਦਾ ਸੀਗਾ ਵੀ ਕਿਉਂਕਿ ਮੈਂ ਵੀ ਜ਼ਿਆਦਾਤਰ ਲੋਕਾਂ ਦੇ ਕਮੈਂਟ ਪੜ੍ਹਦੀ ਹੁੰਦੀ ਸੀ, ਲੋਕਾਂ ਦੀ ਪੋਸਟਾਂ ਦੇ ਨੀਚੇ ਲੋਕ ਕਿੰਨਾ ਕੁਛ ਲਿਖਦੇ ਨੇਗੇ, ਹੈ ਨਾ। ਅਤੇ ਮੈਨੂੰ ਵੀ ਐਂ ਡਰ ਜਿਹਾ ਲੱਗਿਆ ਕਰੇ ਵੀ ਜੇ ਮੈਂ ਇਹੋ ਜਿਹਾ ਕੁਛ ਪਾ ਤਾਂ ਲੋਕ ਕਮੈਂਟ ਕਰਨਗੇ, ਕੱਲ੍ਹ ਨੂੰ ਮੇਰਾ ਵਿਆਹ ਵੀ ਹੋਣਾ, ਕਿਤੇ ਲੋਕ ਕੀ ਕਹਿਣਗੇ, ਲੈ ਤਾਂ ਉਹੀ ਫਿਰੀ ਜਾਂਦੀ ਆ ਉਹਦੇ ਵਾਲੀ, ਇਹ ਤਾਂ ਉਹਦੀ ਭੈਣ ਆ, ਉਹਦੀ ਕੁੜੀ ਆ, ਹੈ ਨਾ। ਅਤੇ ਮੈਂ ਬਹੁਤ ਡਰਦੀ ਹੁੰਦੀ ਸੀਗੀ। ਪਹਿਲਾਂ ਮੈਂ 3 ਵਾਰ ID ਬਣਾ ਕੇ 3 ਵਾਰ ਡਿਲੀਟ ਕਰਤੀ। ਮਤਲਬ ਮੇਰਾ ਇੰਨਾ ਕੁ ਮੈਨੂੰ ਹੈਡੇਕ ਰਹਿੰਦਾ ਸੀਗਾ ਵੀ ਮੈਨੂੰ ਐਂ ਹੁੰਦਾ ਸੀ ਮੈਂ ਦੀਵਾਰ 'ਚ ਸਿਰ ਮਾਰਾਂ, ਇੰਨੀ ਬਿਮਾਰ ਰਹਿਣ ਲੱਗ ਗਈ ਸੀਗੀ ਮੈਂ, ਅੰਦਰ ਪਈ ਰਹਿਣਾ, ਬਹੁਤ ਮਤਲਬ ਮਾੜਾ ਹਾਲ ਸੀ। ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਸਮਝ ਆਇਆ, ਮੇਰੇ ਕੋਲ ਫ਼ੋਨ ਆਇਆ, ਹੈ ਨਾ, ਉੱਥੋਂ ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਈ। ਫਿਰ ਮੈਂ ਸਭ ਕੁਛ ਛੁਡਾ ਦਿੱਤਾ ਵੀ ਛੱਡ ਪਰਾਂ, ਵੀ ਚੱਲਣ ਦੇ, ਵੀ ਜਿਵੇਂ ਚੱਲਦਾ, ਵੀ ਇੱਕ ਵਾਰੀ ਇਹ ਜ਼ਿੰਦਗੀ 'ਚੋਂ ਨਿਕਲ ਕੇ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਵੜਨਾ ਹੈ। ਦੁਨੀਆ ਤਾਂ ਕਹਿੰਦੇ ਇੱਦਾਂ ਹੀ ਭੌਂਕਦੀ ਹੈ, ਦੁਨੀਆ ਦਾ ਕੀ ਹੈ, ਜੇ ਚੰਗਾ ਕਰੇਂਗੀ ਤਾਂ ਵੀ ਬੋਲਣਗੇ, ਜੇ ਮਾੜਾ ਕਰੇਂਗੀ ਤਾਂ ਬੋਲਣਾ ਹੀ ਹੈ ਉਹਨਾਂ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਡੀ ਮੁਲਾਕਾਤ ਮਨਦੀਪ ਕੌਰ ਦੇ ਨਾਲ ਕਰਵਾਉਣ ਜਾ ਰਿਹਾ। ਮਨਦੀਪ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਦੇਖਿਆ ਹੋਣਾ, ਬਹੁਤ ਸਾਰੀਆਂ ਸ਼ਾਰਟ ਮੂਵੀਜ਼ ਦੇ ਵਿੱਚ ਦੇਖਿਆ ਹੋਣਾ, ਅਤੇ ਇਹਨਾਂ ਨੇ ਸ਼ੁਰੂਆਤ ਜਿਹੜੀ ਆ ਉਹ ਵਾਰਦਾਤ ਤੋਂ ਕਰਦੇ ਨੇ, ਅਤੇ ਮਹਿਜ 7-8 ਮਹੀਨਿਆਂ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਹੈ, ਬਹੁਤ ਸਟਰਗਲ ਕੀਤਾ ਵੀ ਹੈ ਅਤੇ ਕਰ ਵੀ ਰਹੇ ਨੇ। ਗੱਲਬਾਤ ਇਹਨਾਂ ਦੇ ਕਰਾਂਗੇ, ਇਹਨਾਂ ਨੂੰ ਕਿਵੇਂ ਸਪੋਰਟ ਕੀਤਾ, ਕਿੰਨੇ ਸਪੋਰਟ ਕੀਤਾ, ਪੇਰੈਂਟਸ ਦੀ ਸਪੋਰਟ ਕਿੱਦਾਂ ਰਹੀ ਹੈ, ਕੀ ਜਰਨੀ ਹੈ, ਕੀ ਸੰਘਰਸ਼ ਹੈ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਜੀ ਮੈਮ। ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦੀ ਕਿ ਬੜੇ ਛੋਟੇ ਜਿਹੇ ਟਾਈਮ ਦੇ ਵਿੱਚ ਬਹੁਤ ਕੰਮ ਕੀਤਾ ਤੁਸੀਂ, ਹੈ ਨਾ। ਵਾਰਦਾਤ ਤੋਂ ਸ਼ੁਰੂਆਤ ਹੁੰਦੀ ਹੈ ਅਤੇ ਕਿੰਨੇ ਸਾਰੇ ਪ੍ਰੋਜੈਕਟਸ ਤੁਸੀਂ ਸਾਨੂੰ ਬੈਠਿਆਂ ਗਿਣਾਤੇ। ਕਿੰਨੇ ਕੁ ਪ੍ਰੋਜੈਕਟਸ ਵਿੱਚ ਕੰਮ ਕਰ ਲਿਓ ਮੈਮ? ਮੇਰੀ ਸਟਾਰਟਿੰਗ ਜੋ ਸੀਗੀ ਉਹ ਵਾਰਦਾਤ ਤੋਂ ਸੀਗੀ, ਜੋ MH1 'ਤੇ ਆਉਂਦਾ, ਅਤੇ ਉਹ ਤੋਂ ਸਟਾਰਟ ਕਰਦੇ ਮਤਲਬ ਮੈਨੂੰ ਅੱਗੇ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਮਿਲਣ ਲੱਗ ਗਿਆ, ਅਤੇ ਸੌਂਗ ਵਿੱਚ ਕਰਦੇ ਹਾਂ, ਸ਼ਾਰਟ ਮੂਵੀਜ਼ ਕਰਦੇ ਹਾਂ, ਸਾਈਡ ਰੋਲ ਕਰਦੇ ਹਾਂ। ਮਤਲਬ ਮੈਂ ਦੱਸ ਨਹੀਂ ਸਕਦੀ ਵੀ ਹੁਣ ਕਿੰਨੇ ਕੁ ਕੀਤੇ ਨੇ। ਹਾਲੇ ਤੱਕ ਤਾਂ ਮੈਨੂੰ ਐਂ ਹੁੰਦਾ ਵੀ ਕਈ ਵਾਰੀ ਮੈਂ ਆਪਣੀਆਂ ਖੁਦ ਦੀਆਂ ਫਿਲਮਸ ਦੇਖੀਆਂ ਵੀ ਨਹੀਂ ਅਜੇ ਤੱਕ। ਕਈ ਚੈਨਲਸ 'ਤੇ ਕੰਮ ਕੀਤੇ ਹੋਏ ਨੇਗੇ, ਅਤੇ ਉਹਨਾਂ ਦੇ ਖੁਦ ਆਪਣੀ ਮੂਵੀਜ਼ ਦੇਖੀਆਂ ਵੀ ਨਹੀਂ ਹੈਗੀਆਂ। ਅਤੇ ਚਲੋ ਬਸ ਇੱਦਾਂ ਪ੍ਰਮਾਤਮਾ ਅੱਗੇ ਚਲਾਉਂਦਾ ਰਹੇ, ਚੱਲ ਰਹੀ ਹੈ ਮੇਰੀ। ਹਜੇ ਵੀ ਮੈਨੂੰ ਕਾਲਸ ਆ ਰਹੀਆਂ ਨੇ ਕਿ ਮੇਰਾ ਕੱਲ੍ਹ ਵੀ ਸ਼ੂਟ ਆ, ਅਤੇ ਚੱਲ ਰਹੀਆਂ ਨੇ ਫਿਲਮਸ। ਮੈਮ ਐਕਟਿੰਗ ਦਾ ਜਿਹੜਾ ਸੀਗਾ ਸ਼ੌਂਕ, ਉਹ ਸ਼ੁਰੂ ਤੋਂ ਸੀਗਾ, ਬਚਪਨ ਤੋਂ ਸੀਗਾ? ਹਾਂਜੀ, ਮੈਨੂੰ ਐਕਟਿੰਗ ਦਾ ਸ਼ੌਂਕ ਬਚਪਨ ਤੋਂ ਹੀ ਸੀਗਾ। ਮੈਂ KV ਦੀ ਪੜ੍ਹੀ ਹੋਈ ਹਾਂ, ਆਰਮੀ ਸਕੂਲ 'ਚੋਂ, ਕਿਉਂਕਿ ਮੇਰੇ ਪਾਪਾ ਸੂਬੇਦਾਰ ਨੇਗੇ, ਆਰਮੀ 'ਚੋਂ ਸੀਗੇ। ਮੈਂ ਇੱਕ ਆਰਮੀ ਫੈਮਿਲੀ 'ਚੋਂ ਬਿਲੋਂਗ ਕਰਦੀ ਹਾਂ, ਅਤੇ ਮੈਨੂੰ ਸ਼ੁਰੂ ਤੋਂ ਸਾਡੇ ਸਕੂਲਾਂ ਦੇ ਵਿੱਚ ਈਵੈਂਟਸ ਹੁੰਦੇ ਸੀਗੇ, ਐਨੂਅਲ ਫੰਕਸ਼ਨ ਹੁੰਦੇ ਸੀ, ਤਾਂ ਮੇਰੇ ਟੀਚਰਸ ਮੈਨੂੰ ਬਹੁਤ ਪਿਆਰ ਨਾਲ ਅੱਗੇ ਲੈ ਕੇ ਆਉਂਦੇ ਸੀਗੇ, ਸਿੰਗਿੰਗ ਦੇ ਵਿੱਚ, ਗਿੱਧੇ ਭੰਗੜੇ 'ਚ, ਹੈ ਨਾ। ਅਤੇ ਮੈਂ ਸ਼ੁਰੂ ਤੋਂ ਕਰਦੀ ਰਹਿੰਦੀ ਸੀਗੀ, ਕਰਦੇ ਕਾਲਜ ਲਾਈਫ ਆ ਗਈ। ਕਾਲਜ ਲਾਈਫ ਦੇ ਵਿੱਚ ਵੀ ਮੈਂ ਕੀਤਾ, ਹੈ ਨਾ। ਅਤੇ ਮੈਂ ਪੋਲੀਟੈਕਨਿਕ ਕਾਲਜ ਤੋਂ, ਪਟਿਆਲੇ ਤੋਂ ਜਦੋਂ ਸਟੱਡੀ ਕੀਤੀ, ਉਦੋਂ ਵੀ ਮੈਂ ਗਿੱਧਾ ਕੀਤਾ।
ਗਿੱਧੇ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਗਾਉਣਾ ਸਟਾਰਟਿੰਗ ਹੁੰਦੀ ਹੈ, ਫਿਰ ਇੱਕ ਤਮਾਸ਼ਾ ਹੁੰਦਾ, ਉਹ ਸਾਰਾ ਮੇਰੇ ਤੇ ਹੀ ਸੀਗਾ। ਉਹ ਕੀਤਾ, ਉਹਦੇ 'ਚ ਮੇਰਾ 골ਡ ਮੈਡਲ ਸੀਗਾ ਸਾਡਾ। ਅਤੇ ਉਸ ਤੋਂ ਬਾਅਦ ਮੈਂ ਜਿਹੜੇ ਸਿੰਗਿੰਗ ਕੀਤੀ, ਸਿੰਗਿੰਗ ਮੈਂ ਜਿੰਦੂਆ ਗਾਇਆ ਸੀ, ਉਹਦੇ 'ਚ ਮੇਰਾ ਸਿਲਵਰ ਸੀਗਾ। ਸ਼ੁਰੂ ਤੋਂ ਹੀ ਸ਼ੌਂਕ ਸੀਗਾ, ਪਰ ਸਪੋਰਟ ਨਹੀਂ ਰਹੀ ਘਰਦਿਆਂ ਦੀ। ਉਹ ਕਿਵੇਂ ਉਹ ਟਾਈਮ ਰਿਹਾ? ਡਿਪਰੈਸ਼ਨ ਵਿੱਚ ਵੀ ਰਹੇ ਹੋ, ਬਹੁਤ ਕੁਛ ਹੋਇਆ ਜ਼ਿੰਦਗੀ ਦੇ ਵਿੱਚ, ਸਾਨੂੰ ਦੱਸੋ ਤੁਸੀਂ। ਹਾਂਜੀ, ਕਿਉਂਕਿ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਪਾਪਾ ਫਾਦਰ ਸਾਹਿਬ ਜਿਹੜੇ ਇੱਕ ਆਰਮੀ ਹੋਣ ਕਰਕੇ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਸੀਗੇ। ਉਹਨਾਂ ਦੀ ਥਿੰਕਿੰਗ ਸਿਰਫ ਇੰਨੀ ਸੀਗੀ ਵੀ ਜਾਂ ਤਾਂ ਸਾਡਾ ਬੱਚਾ ਇੱਕ ਗੌਰਮੈਂਟ ਜੌਬ 'ਤੇ ਹੋਣਾ ਚਾਹੀਦਾ ਆ, ਜਾਂ ਫਿਰ ਉਹ ਲੈਫਟੀਨੈਂਟ ਕਰਨਲ ਬਣਨਾ ਚਾਹੀਦਾ, ਜਿਵੇਂ ਉਹ ਇਸ ਲਾਈਨ 'ਚੋਂ ਨਿਕਲੇ ਨੇ, ਹੈ ਨਾ। ਬਟ ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦੀ ਸੀਗੀ ਕਿ ਹਰ ਕੋਈ ਬੱਚਾ ਇੱਕ ਗੌਰਮੈਂਟ ਜੌਬ ਲਈ ਨਹੀਂ ਪੈਦਾ ਹੋਇਆ ਹੁੰਦਾ, ਜਾਂ ਇੱਕ ਵਧੀਆ ਸਟੇਟਸ ਲਈ ਨਹੀਂ ਪੈਦਾ ਹੁੰਦਾ। ਮਤਲਬ ਵੀ ਉਹਦੀ ਹੋਰ ਵੀ ਲਾਈਨ ਹੋ ਸਕਦੀ ਆ, ਜੇ ਉਹਨੇ ਪੈਸਾ ਹੀ ਕਮਾਉਣਾ, ਨਾਮ ਕਮਾਉਣਾ, ਹੋਰ ਚੀਜ਼ 'ਚ ਵੀ ਕਮਾ ਸਕਦਾ ਆ, ਹੈ ਨਾ। ਅਤੇ ਉਹਨਾਂ ਨੂੰ ਇਹ ਚੀਜ਼ ਮੇਰੀ ਨਹੀਂ ਸੀ ਸਮਝ ਆਉਂਦੀ। ਮੈਂ ਬਹੁਤ ਕਹਿੰਦੀ ਰਹੀ ਵੀ ਮੈਂ ਇਸ ਲਾਈਨ 'ਚ ਨਹੀਂ ਜਾਣਾ, ਵੀ ਮੈਂ ਕੋਈ ਅਕੈਡਮੀ ਜੁਆਇਨ ਕਰਨੀ ਆ, ਵੀ ਮੈਂ ਡਾਂਸ ਸਿੱਖਣਾ ਆ, ਮੈਂ ਕਰਨਾ। ਉਹ ਮੰਨਦੇ ਨਹੀਂ ਸੀਗੇ। ਸਿਰਫ ਉਹਨਾਂ ਦੀ ਇੱਕੋ ਗੱਲ ਹੁੰਦੀ ਸੀਗੀ ਵੀ ਆਪਦਾ ਤਿਆਰੀ ਕਰ ਪੇਪਰ ਦੀ, ਪੇਪਰ ਆ ਰਹੇ ਨੇ, ਪੋਸਟਾਂ ਨਿਕਲੀਆਂ ਹੋਈਆਂ ਨੇਗੀਆਂ। ਬਹੁਤ ਮਤਲਬ ਮੈਂ ਆਪਣਾ ਕੀ ਕਹਿੰਦੇ ਆਪਣੇ ਕਾਲਜ ਲਾਈਫ ਤੋਂ ਬਾਅਦ ਵੀ ਮੈਂ ਆਪਣਾ IBT ਜੁਆਇਨ ਕੀਤੀ, ਜਿੱਥੇ ਮਤਲਬ ਗੌਰਮੈਂਟ ਐਗਜ਼ਾਮ ਦੀ ਤਿਆਰੀਆਂ ਹੁੰਦੀਆਂ ਨੇਗੀਆਂ। ਸਾਲ ਮੈਂ 1.5 ਸਾਲ ਉੱਥੇ ਲਾਇਆ, ਅਤੇ ਉਹ ਤੋਂ ਬਾਅਦ ਮੈਂ ਐਗਜ਼ਾਮ ਦਿੱਤੇ ਰੇਲਵੇ ਦਾ, ਪਟਵਾਰੀ ਦਾ, ਹੈ ਨਾ, ਇੱਧਰ ਦੇ ਸੈਕੰਡਰੀ ਸਕੂਲਾਂ ਦੇ ਕਾਫੀ ਦਿੱਤੇ। ਮਤਲਬ ਵੀ ਜਦੋਂ ਤੁਹਾਨੂੰ ਪਤਾ ਹੀ ਹੈ ਵੀ ਚਲੋ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਆ ਕਿ ਵੀ ਆਪਾਂ ਬੇਸ਼ੱਕ ਆਪਣੇ ਪੇਪਰ ਕਲੀਅਰ ਹੋ ਜਾਣ, ਪਰ ਮੈਂ ਕਹਿੰਦੀ ਵੀ ਅਸਲੀ ਲਿਸਟਾਂ ਅੱਜ ਦੇ ਟਾਈਮ 'ਚ ਉਹਨਾਂ ਦੀਆਂ ਹੀ ਆਉਂਦੀਆਂ ਨੇ ਜਿਨ੍ਹਾਂ ਨੇ ਪੈਸਾ ਲਾਇਆ ਹੁੰਦਾ। ਅਤੇ ਮੈਂ ਕਹਿੰਦੀ ਹਾਂ ਵੀ ਕਿਉਂ ਆਪਾਂ ਉਹੋ ਜਿਹਾ ਕੰਮ ਕਰਨਾ। ਜੇ ਹੁਣ ਮੈਂ 20-30 ਲੱਖ ਰੁਪਇਆ ਲਾ ਕੇ ਇੱਕ ਨੌਕਰੀ ਉਹ ਕਰਨੀ ਹੈ ਸਰਕਾਰੀ, ਤਾਂ ਫਿਰ ਮੈਂ ਕਹਿੰਦੀ ਵੀ ਉਹੀ ਵਾਲਾ ਦਿਮਾਗ ਲਗਾਓ ਵੀ ਤੁਸੀਂ ਫਿਰ ਨੌਕਰ ਕਿਉਂ ਬਣਨਾ, ਤੁਸੀਂ ਮਾਲਕ ਬਣੋ। ਤੁਸੀਂ 20-30 ਲੱਖ ਲਾ ਕੇ ਤੁਸੀਂ ਆਪਦਾ ਬਿਜ਼ਨਸ ਸ਼ੁਰੂ ਕਰੋ। ਜੇ ਲਾ ਕੇ ਆਪਾਂ ਇੱਕ ਸਰਕਾਰੀ ਨੌਕਰੀ ਲੈਣੀ ਹੈ ਤਾਂ ਉਹ ਚੀਜ਼ ਤਾਂ ਸਹੀ ਨਹੀਂ ਹੈਗੀ। ਨਾਲੇ ਫਿਰ ਇੱਕ ਕੁੜੀਆਂ ਵਾਸਤੇ ਇੱਕ ਜਿਹੜੀ ਹਜੇ ਉਹ ਅਨਮੈਰਿਡ ਹੈ ਅਤੇ ਉਹਦੇ ਪੇਰੈਂਟਸ ਉਹ 'ਤੇ ਇੰਨਾ ਪੈਸਾ ਇਸ ਟਾਈਮ ਲਾ ਰਹੇ ਨੇ ਅਨਮੈਰਿਡ ਦੇ 20-30 ਲੱਖ, ਉਸ ਤੋਂ ਬਾਅਦ ਉਹਦੀ ਮੈਰਿਜ ਹੋ ਜਾਂਦੀ ਆ, ਹੈ ਨਾ। ਕੀ ਪਤਾ ਕੱਲ੍ਹ ਨੂੰ ਕਿੱਦਾਂ ਦੇ ਮਿਲਣੇ ਨੇ, ਕਿੱਦਾਂ ਦੇ ਨਹੀਂ। ਅਤੇ ਕਹਿਣ ਦਾ ਮਤਲਬ ਵੀ ਉਹ ਪੇਰੈਂਟਸ ਦਾ ਵਿਚਾਰਿਆਂ ਦਾ ਮੁੱਲ ਕਦੋਂ ਉਤਾਰੂਗੀ ਜਿਹੜਾ ਉਹਨਾਂ ਨੇ ਇੰਨਾ ਪੈਸਾ ਲਾਇਆ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਇੱਕ ਆਪਦਾ ਜੋ ਆਪਣੇ ਅੰਦਰ ਤੁਹਾਡੇ ਹੈ ਨਾ ਇੱਕ ਹੁਨਰ ਆ, ਉਹਨੂੰ ਕੱਢੋ ਬਾਹਰ, ਵੀ ਉਹ ਚੀਜ਼ ਨੂੰ ਅਲੱਗ ਲਾਈਨ ਤੋਂ ਵੀ ਆਪਾਂ ਅੱਗੇ ਵੱਧ ਸਕਦੇ ਹਾਂ। ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਸ਼ਾਇਦ ਮੈਂ ਕੁਛ ਅੱਗੇ ਕਰ ਸਕਦੀ ਹਾਂ, ਕਿ ਸ਼ੀਸ਼ੇ ਦੇ ਮੂਹਰੇ ਖੜ੍ਹ ਕੇ ਜਦੋਂ ਮੈਂ ਗਾਣੇ ਗਾਉਣੇ, ਫੇਸ ਬਣਾਉਣੇ, ਐਕਟਿੰਗ ਕਰਨੀ, ਤਾਂ ਮੇਰਾ ਦਿਲ ਕਰਦਾ ਹੁੰਦਾ ਸੀਗਾ ਵੀ ਮੈਂ ਵੀ ਇੱਕ ਜਿਵੇਂ ਸਟਾਰਸ ਨੇਗੇ, ਫਿਲਮ ਸਟਾਰ ਨੇ, ਉਹਨਾਂ ਵਾਂਗੂ ਮੇਰੀ ਲਾਈਫ ਹੋਵੇ, ਮੈਂ ਉਹਨਾਂ ਵਾਂਗੂ ਅੱਗੇ ਵਧਾਂ, ਹੈ ਨਾ। ਅਤੇ ਬਸ ਫਿਰ ਮੈਂ ਹੌਲੀ ਹੌਲੀ ਬੜੀ ਮੁਸ਼ਕਿਲ ਨਾਲ, ਚਲੋ ਜਦੋਂ ਕਹਿੰਦੇ ਆ ਵੀ ਚਲੋ ਪੇਰੈਂਟਸ ਤਾਂ ਆਪਾਂ ਮੰਨਦੇ ਹਾਂ ਵੀ ਹਰ ਚੀਜ਼ 'ਚ ਪੇਰੈਂਟਸ ਦਾ ਸਾਥ ਹੁੰਦਾ, ਸਭ ਦੇ ਪੇਰੈਂਟਸ ਦਾ ਸਾਥ ਹੁੰਦਾ ਨਾ। ਮੇਰੇ ਪੇਰੈਂਟਸ ਦਾ ਵੀ ਸਾਥ ਆਏਗਾ, ਕਿਉਂਕਿ ਵੀ ਮੈਨੂੰ ਹੁਣ ਵੀ ਮੇਰੇ ਪੇਰੈਂਟਸ ਜਦੋਂ ਮੈਂ ਆਉਂਦੀ ਹਾਂ ਬਾਹਰ ਕਿਤੇ ਦੂਰ ਜਾਂਦੀ ਹਾਂ, ਅਤੇ ਮੇਰੇ ਪਾਪਾ ਮੈਨੂੰ ਰਾਤ ਟਾਈਮ ਬੱਸ ਸਟੈਂਡ ਲੈਣ ਵੀ ਆਉਂਦੇ ਨੇ, ਛੱਡਣ ਵੀ ਜਾਂਦੇ ਨੇ, ਹੈ ਨਾ। ਅਤੇ ਇਹਨਾਂ ਦੇ ਨਾਲ ਨਾਲ ਮੈਂ ਕਹਿੰਦੀ ਹਾਂ ਵੀ ਮੇਰੀ ਸ਼ੁਰੂਆਤ ਜਦੋਂ ਹੋਈ, ਅਤੇ ਵੀ ਮੇਰੇ ਬਹੁਤ ਹੀ ਮਤਲਬ ਮੇਰੀ ਲਾਈਫ ਦੇ ਪਰਸਨ ਬਹੁਤ ਵਧੀਆ ਨੇਗੇ, ਉਹ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਇੱਥੇ ਤੱਕ। ਜਦੋਂ ਮੈਂ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਿਆ ਵੀ ਮੈਂ ਇਹੋ ਜਿਹਾ ਕੁਛ ਕਰਨਾ ਚਾਹੁੰਦੀ ਹਾਂ, ਵੀ ਜਿਹੜੇ ਅੱਜ ਕੱਲ੍ਹ YouTube 'ਤੇ ਛਾ ਰਹੇ ਨੇ, ਸੋਸ਼ਲ ਮੀਡੀਆ 'ਤੇ ਛਾ ਰਹੇ ਨੇਗੇ, ਹੈ ਨਾ, ਵੀ ਮੈਂ ਇਹੋ ਜਿਹਾ ਕੁਛ ਕਰਨਾ ਚਾਹੁੰਦੀ ਹਾਂ। ਕਿਉਂਕਿ ਮੇਰੇ ਕੋਲ, ਮੈਂ ਐਵੇਂ ਕਹਾਂ, ਮੇਰੇ ਕੋਲ ਇੱਕ ਛੋਟਾ ਜਿਹਾ ਫ਼ੋਨ ਹੁੰਦਾ ਸੀ ਵੀਵੋ ਦਾ, ਉਹਦੀ ਸਕਰੀਨ ਵਗੈਰਾ ਸਾਰੀ ਟੁੱਟੀ ਹੋਈ ਸੀਗੀ, ਹੈਂਗ ਹੋ ਜਾਂਦਾ ਸੀ ਇੱਕ ਤਾਂ, ਉਹ ਨਾ ਉਹਦੇ 'ਤੇ ਕੁਛ ਚੱਲਿਆ ਕਰਨਾ, ਨਾ ਉਹਦੇ 'ਚ ਕਲੈਰਿਟੀ। ਬੜਾ ਮੈਨੂੰ ਰੋਣਾ ਆਇਆ ਕਰਨਾ ਵੀ ਮੈਂ ਆਪਣੇ ਪੇਰੈਂਟਸ ਤੋਂ ਜੇ ਮੰਗਦੀ ਹੁੰਦੀ ਸੀ ਪੈਸੇ, ਤਾਂ ਮੇਰੇ ਪੇਰੈਂਟਸ ਕਹਿ ਦਿੰਦੇ ਹੁੰਦੇ ਸੀਗੇ ਵੀ ਕੀ ਕਹਿੰਦੇ ਵੀ ਤੂੰ ਕਮਾ ਲਾ, ਕੁਛ ਕਰ ਲਾ, ਤੈਨੂੰ ਇੰਨਾ ਪੜ੍ਹਾ ਤਾ, ਹੈ ਨਾ, ਵੀ ਅਸੀਂ ਨਹੀਂ ਤੈਨੂੰ ਲੈ ਕੇ ਦੇ ਸਕਦੇ ਹੈਗੇ ਫ਼ੋਨ, ਕੁਛ ਜੋਬ ਲੱਗ ਜਾ। ਤਾਂ ਮੈਂ ਚਾਹੁੰਦੀ ਸੀ ਵੀ ਮੈਂ ਉਹ ਕੁਛ ਕਰਨਾ ਨਹੀਂ ਚਾਹੁੰਦੀ ਹੈਗੀ, ਵੀ ਮੈਂ ਕੁਛ ਵੱਡਾ ਕਰਨਾ ਚਾਹੁੰਦੀ ਹਾਂ ਲਾਈਫ ਦੇ ਵਿੱਚ। ਫਿਰ ਉਹਨਾਂ ਨੇ ਮੈਨੂੰ, ਮੇਰੇ ਫਰੈਂਡ ਨੇ ਮੈਨੂੰ ਸਮਝਾਇਆ, ਉਹਨਾਂ ਨੇ ਮੈਨੂੰ ਇੱਕ ਫ਼ੋਨ ਲਿਆ ਕੇ ਦਿੱਤਾ। ਮੈਂ ਤੁਹਾਨੂੰ ਸਹੀ ਦੱਸਾਂ, ਜਿੱਥੋਂ ਮੇਰੀ ਸ਼ੁਰੂਆਤ ਹੋਈ ਉਹ ਫ਼ੋਨ ਆਇਆ, ਫ਼ੋਨ ਦੇ ਆਉਣ ਨਾਲ ਹੀ ਮਤਲਬ ਮੈਂ ਆਪਦੀ ID ਬਣਾਈ, ਉਹ 'ਤੇ ID ਬਣਾਈ, ਫਿਰ ਮੈਂ ਡਿਲੀਟ ਕਰਤੀ। 3 ਵਾਰ ID ਬਣਾ ਕੇ ਮੈਂ 3 ਵਾਰ ਡਿਲੀਟ ਕੀਤੀ, ਕਿਉਂਕਿ ਆਪਾਂ ਇੱਕ ਨੋਰਮਲ ਫੈਮਲੀਆਂ 'ਚੋਂ ਸੀਗੀਆਂ, ਕਦੇ ਇਹੋ ਜਿਹੇ ਕੰਮ ਕੀਤੇ ਨਹੀਂ ਸੀਗੇ, ਕਦੇ ਮੂਹਰੇ ਨਹੀਂ ਸੀ ਆਏ, ਹੈ ਨਾ, ਲੋਕਾਂ ਦੇ। ਤਾਂ ਮੈਨੂੰ ਐਂ ਹੁੰਦਾ ਸੀਗਾ ਵੀ ਕਿਉਂਕਿ ਮੈਂ ਵੀ ਜ਼ਿਆਦਾਤਰ ਲੋਕਾਂ ਦੇ ਕਮੈਂਟ ਪੜ੍ਹਦੀ ਹੁੰਦੀ ਸੀ, ਲੋਕਾਂ ਦੀ ਪੋਸਟਾਂ ਦੇ ਨੀਚੇ ਲੋਕ ਕਿੰਨਾ ਕੁਛ ਲਿਖਦੇ ਨੇਗੇ, ਹੈ ਨਾ। ਅਤੇ ਮੈਨੂੰ ਵੀ ਐਂ ਡਰ ਜਿਹਾ ਲੱਗਿਆ ਕਰੇ ਵੀ ਜੇ ਮੈਂ ਇਹੋ ਜਿਹਾ ਕੁਛ ਪਾ ਤਾਂ ਲੋਕ ਕਮੈਂਟ ਕਰਨਗੇ, ਕੱਲ੍ਹ ਨੂੰ ਮੇਰਾ ਵਿਆਹ ਵੀ ਹੋਣਾ, ਕਿਤੇ ਲੋਕ ਕੀ ਕਹਿਣਗੇ, ਲੈ ਇਹ ਤਾਂ ਉਹੀ ਫਿਰੀ ਜਾਂਦੀ ਆ ਉਹਦੇ ਵਾਲੀ, ਇਹ ਤਾਂ ਉਹਦੀ ਭੈਣ ਆ, ਉਹਦੀ ਕੁੜੀ ਆ, ਹੈ ਨਾ। ਅਤੇ ਮੈਂ ਬਹੁਤ ਡਰਦੀ ਹੁੰਦੀ ਸੀਗੀ। ਪਹਿਲਾਂ ਮੈਂ 3 ਵਾਰ ID ਬਣਾ ਕੇ 3 ਵਾਰ ਡਿਲੀਟ ਕਰਤੀ। ਪਰ ਫਿਰ ਮੈਨੂੰ ਸਮਝਾਇਆ, ਮੇਰੇ ਫਰੈਂਡਸ ਨੇ ਵੀ ਸਮਝਾਇਆ, ਕਹਿੰਦੇ ਵੀ ਕੋਈ ਨਹੀਂ, ਤੂੰ ਟੈਨਸ਼ਨ ਨਾ ਲੈ, ਵੀ ਤੂੰ, ਦੁਨੀਆ ਤਾਂ ਕਹਿੰਦੇ ਇੱਦਾਂ ਹੀ ਭੌਂਕਦੀ ਹੈ, ਦੁਨੀਆ ਦਾ ਕੀ ਹੈ, ਜੇ ਚੰਗਾ ਕਰੇਂਗੀ ਤਾਂ ਵੀ ਬੋਲਣਗੇ, ਜੇ ਮਾੜਾ ਕਰੇਂਗੀ ਤਾਂ ਬੋਲਣਾ ਹੀ ਆ ਉਹਨਾਂ ਨੇ।
ਫਿਰ ਮੈਂ ਉਸ ਤੋਂ ਬਾਅਦ ਕੀ ਕਹਿੰਦੇ ਆਈਡੀ ਬਣਾਈ, ਫਿਰ ਉਸ ਤੋਂ ਬਾਅਦ ਮੈਂ ਰੀਲਸ ਬਣਾਉਣੀਆਂ ਸ਼ੁਰੂ ਕਰਤੀਆਂ। ਕਮੈਂਟ ਕੀ ਕਰਦੇ ਸੀਗੇ ਲੋਕ ਕਮੈਂਟ, ਮੈਨੂੰ ਤਾਂ ਚਲੋ ਹਜੇ ਤੱਕ ਕੋਈ ਕਮੈਂਟ ਨਹੀਂ ਸੀ ਆਇਆ, ਪਰ ਉਹ ਲੋਕਾਂ ਦੀਆਂ ਪੋਸਟਾਂ ਦੇ ਵੀ ਨੀਚੇ ਮੈਂ ਕਮੈਂਟ ਦੇਖਦੀ ਹੁੰਦੀ ਸੀ, ਗਲਤ ਕਮੈਂਟ ਵੀ ਕਰਦੇ ਸੀਗੇ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੇ ਕੰਜਰਖਾਨਾ ਖਿਲਾਰਿਆ ਹੋਇਆ, ਇਹ ਆ ਉਹ ਐ ਨੱਚਦੀਆਂ ਨੇ, ਇਹ ਆ ਉਹ ਆ। ਕਿਉਂਕਿ ਆਹ ਚੀਜ਼ ਤੁਹਾਨੂੰ ਪਤਾ, ਇਹ ਜ਼ਿਆਦਾਤਰ ਕਮੈਂਟ ਉਹੀ ਲੋਕ ਕਰਦੇ ਜਿਹੜੇ ਵਿਹਲੇ ਹੁੰਦੇ ਨੇ। ਤਾਂ ਕਰਕੇ 3 ਵਾਰੀ ਆਈਡੀ ਜਿਹੜੀ ਆ ਡਿਲੀਟ ਕਰਦੀ, 2 ਲੋਕਾਂ ਦੇ ਕਮੈਂਟ ਕੱਲ ਮੈਨੂੰ ਵੀ ਇਹ ਆਉਣਗੇ। ਬਿਲਕੁਲ ਇਸੇ ਚੀਜ਼ ਤੋਂ ਮੈਂ ਡਰਦੀ ਸੀਗੀ ਵੀ ਕੱਲ ਨੂੰ ਮੈਨੂੰ ਵੀ ਕਮੈਂਟ ਆਉਣਗੇ, ਕਿਉਂਕਿ ਕਈ ਵਾਰੀ ਆਪਾਂ, ਹਰ ਬੰਦਾ ਇਦਾਂ ਦਾ ਨਹੀਂ ਹੁੰਦਾ, ਕਈ ਬੰਦੇ ਇਹੋ ਜਿਹੇ ਹੁੰਦੇ ਨੇ ਜੋ ਚੀਜ਼ਾਂ ਨੂੰ ਫੇਸ ਨਹੀਂ ਕਰ ਸਕਦੇ, ਹੈ ਨਾ, ਦਿਲ 'ਤੇ ਲਾ ਲੈਂਦੇ ਨੇ। ਤਾਂ ਮੇਰਾ ਤਾਂ ਦਿਲ ਬਹੁਤ ਇਹੋ ਜਿਹਾ ਨਰਮ ਜਿਹਾ, ਮੈਂ ਬਹੁਤ ਛੇਤੀ ਦਿਲ 'ਤੇ ਲਾ ਲੈਂਦੀ ਹਾਂ। ਅਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਰੀਲਸ ਬਣਾਉਣੀਆਂ ਸ਼ੁਰੂ ਕੀਤੀਆਂ, ਫਿਰ ਮੈਨੂੰ ਕੀ ਕਹਿੰਦੇ ਆਪਣੇ ਪਟਿਆਲੇ ਦੇ ਸਾਡੇ ਡਾਇਰੈਕਟਰ ਨੇਗੇ, ਬਾਲੀਵੁੱਡ ਡਾਇਰੈਕਟਰ ਨੇਗੇ ਸਾਡੇ ਸ਼ਕਤੀ ਰਾਜਪੂਤ ਜੀ, ਉਹਨਾਂ ਦੇ ਅਸਿਸਟੈਂਟ ਦਾ ਮੈਨੂੰ ਮੈਸੇਜ ਆਉਂਦਾ ਆ। ਉਹ ਸਾਨੂੰ ਕਹਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਕੰਮ ਕਰਨਾ, ਵੀ ਤੁਸੀਂ ਸਾਨੂੰ ਆਡੀਸ਼ਨ ਦੇ ਕੇ ਜਾਓ ਵੀ ਵਾਰਦਾਤ ਦੇ ਵਿੱਚ। ਪਹਿਲੀ ਵਾਰ ਤਾਂ ਮੈਂ ਡਰ ਜਾਂਦੀ, ਕਿਉਂਕਿ ਮੈਨੂੰ ਐਂ ਹੁੰਦਾ ਵੀ ਇਹ ਲਾਈਨ ਵੀ ਸਹੀ ਨਹੀਂ ਹੈਗੀ ਅੱਗੇ, ਕਿਉਂਕਿ ਆਪਾਂ ਟੀਵੀਆਂ 'ਚ ਦੇਖਦੇ ਹਾਂ, ਕ੍ਰਾਈਮ ਪੈਟਰੋਲਾਂ 'ਚ ਦੇਖਦੇ ਇਹੀ ਕੁਛ ਦਿਖਾਉਂਦੇ ਸੀਗੇ, ਉਹ ਮੈਂ ਡਰ ਜਾਂਦੀ ਹਾਂ। ਫਿਰ ਉਹ ਮੈਨੂੰ ਸਮਝਾਉਂਦੇ ਨੇ ਵੀ ਕੋਈ ਨਹੀਂ, ਤੁਸੀਂ ਸਾਡੇ ਨਾਲ ਫੋਨ 'ਤੇ ਗੱਲ ਕਰੋ, ਵੀ ਤੁਸੀਂ ਆਪਣੇ ਪੇਰੈਂਟਸ ਦੀ ਗੱਲ ਕਰਾਓ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਫਿਰ ਮੈਨੂੰ ਥੋੜ੍ਹਾ ਜਿਹਾ ਚੰਗਾ ਲੱਗਿਆ ਵੀ ਨਹੀਂ, ਵੀ ਇਹ ਸਹੀ ਨੇਗੇ, ਜੈਨੂਅਨ ਬੰਦੇ ਨੇਗੇ। ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆਪਦੇ ਪੇਰੈਂਟਸ ਨੂੰ ਨਾਲ ਲੈ ਕੇ ਆ ਸਕਦੇ ਹੋ। ਪਟਿਆਲੇ 'ਚ ਹੀ ਆਡੀਸ਼ਨ ਹੋਇਆ, ਮੈਂ ਆਪਣੀ ਮੰਮਾ ਨੂੰ ਫਸਟ ਟਾਈਮ ਲੈ ਕੇ ਗਈ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਇਹ ਸ਼ੁਰੂ ਕੀਤਾ। ਮੇਰੇ ਮੰਮਾ ਮੇਰੇ ਨਾਲ ਗਏ, ਉਹਨਾਂ ਨੇ ਮੈਨੂੰ ਬਹੁਤ ਪਸੰਦ ਕੀਤਾ, ਮੇਰੀ ਆਵਾਜ਼ ਨੂੰ, ਵੀ ਵਧੀਆ ਬੋਲਦੇ ਨੇਗੇ, ਕੜਕ ਬੋਲਦੇ ਨੇ। ਅਤੇ ਫਿਰ ਉਹਨਾਂ ਨੇ ਉੱਥੇ ਹੀ ਮੈਨੂੰ ਹਾਂ ਕਰਤੀ ਸੀਗੀ, ਸਿਲੈਕਟ ਕਰਤਾ ਸੀਗਾ। ਉਹ ਤੋਂ ਹਫਤੇ ਤੱਕ ਮੇਰਾ ਮਤਲਬ ਸਟਾਰਟ ਹੋ ਗਿਆ ਸੀਗਾ ਵੈਬ ਸੀਰੀਜ਼ ਸਾਡੀ ਵਾਰਦਾਤ, ਹਾਂਜੀ ਸ਼ੁਰੂ ਹੋ ਗਿਆ ਸੀਗਾ ਉਹ। ਫਿਰ ਉਹ ਤੋਂ ਵਾਰਦਾਤ ਤੋਂ ਬਾਅਦ ਹੌਲੀ ਹੌਲੀ ਜਦੋਂ ਮੈਂ ਵਾਰਦਾਤ ਦੀਆਂ ਆਪਣੀ ਵੀਡੀਓਜ਼ ਇੰਸਟਾ 'ਤੇ ਪਾਈਆਂ ਆਪਣੀ ਆਈਡੀ 'ਤੇ, ਮੈਨੂੰ ਉੱਥੋਂ ਮੈਸੇਜ ਆਉਣੇ ਸ਼ੁਰੂ ਹੋ ਗਏ ਸ਼ਾਰਟ ਮੂਵੀਜ਼ ਲਈ। ਹੁਣ ਫਿਰ ਸ਼ਾਰਟ ਮੂਵੀਜ਼ ਲਈ ਚੱਲਦੇ ਚੱਲਦੇ ਬਸ ਆਪਣਾ ਹੁਣ ਤੱਕ ਚੱਲੀ ਜਾਂਦਾ। ਹਾਂਜੀ। ਡਿਪਰੈਸ਼ਨ 'ਚ ਰਹਿਣ ਦਾ ਕੀ ਕਾਰਨ ਬਣਿਆ? ਡਿਪਰੈਸ਼ਨ ਦੇ ਵਿੱਚ ਰਹਿਣ ਦਾ ਮੇਰਾ ਇਹ ਕਾਰਨ ਸੀ, ਇਹ ਲਾਈਨ ਤੋਂ ਪਹਿਲਾਂ ਜਦੋਂ, ਇਹ ਤਾਂ ਚਲੋ ਮੈਂ ਹੁਣ ਜੁਆਇਨ ਕੀਤੀ, ਇਹ ਲਾਈਨ ਤੋਂ ਪਹਿਲਾਂ ਜਦੋਂ ਮਤਲਬ ਮੈਂ ਐਗਜ਼ਾਮ ਦੇ ਰਹੀ ਸੀਗੀ, ਉਸ ਟਾਈਮ ਮੇਰੇ ਪੇਰੈਂਟਸ ਦਾ ਇੱਦਾਂ ਸੀਗਾ ਕਿ ਦੇਖੋ ਪੇਰੈਂਟਸ ਵਿਆਹ ਟਾਈਮ ਦੇ ਵਿੱਚ ਆ ਕੇ ਬਿਮਾਰ ਰਹਿਣ ਲੱਗ ਜਾਂਦੇ ਨੇ, ਹੈ ਨਾ। ਆਪਾਂ ਸਾਰੇ ਸੋਚਦੇ ਹਾਂ ਵੀ ਉਹਨਾਂ ਦੇ ਜਿਉਂਦੇ ਜੀ ਸਾਰਾ ਕੁਝ ਹੋ ਜੇ ਤਾਂ ਵਧੀਆ ਆ। ਮੇਰੇ ਮੰਮਾ ਨੂੰ ਹਜੇ ਵੀ ਬਿਮਾਰ ਰਹਿੰਦੇ ਨੇ, ਅਤੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਮੈਨੂੰ ਕੁਝ ਹੋ ਜਾਊਗਾ, ਤੂੰ ਵਿਆਹ ਕਰਾ ਲੈ ਟਾਈਮ ਨਾਲ, ਹੈ ਨਾ, ਸਾਰਿਆਂ ਘਰਾਂ 'ਚ ਹੀ ਹੁੰਦਾ। ਚਲੋ ਮੈਂ ਸੋਚਦੀ ਹੁੰਦੀ, ਪਰ ਮੈਂ ਵਿਆਹ ਕਰਾਉਣ ਬਾਰੇ ਤਾਂ ਚਲੋ ਠੀਕ ਸੀਗਾ, ਬਟ ਮੈਂ ਕੁਝ ਹੋਰ ਸੋਚਦੀ ਸੀ ਆਪਣੀ ਲਾਈਫ ਬਾਰੇ। ਮੈਨੂੰ ਐਂ ਸੀਗਾ ਵੀ ਮੇਰਾ ਵਿਆਹ ਵੀ ਹੋ ਜੇ ਅਤੇ ਮੈਂ ਆਪਦੇ ਪੈਰਾਂ 'ਤੇ ਵੀ ਸਟੈਂਡ ਹੋ ਜਾਵਾਂ, ਅਤੇ ਮੈਨੂੰ ਉਹ ਰਾਹ ਨਹੀਂ ਸੀ ਲੱਭਦਾ, ਕਿਉਂਕਿ ਮੈਂ ਐਗਜ਼ਾਮ ਵੀ ਦਿੰਦੀ ਸੀਗੀ। ਐਗਜ਼ਾਮ ਦੇਣ ਵਾਸਤੇ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਹੋਰ ਕੁਛ ਹੀ ਚੱਲਦਾ ਸੀ, ਵੀ ਐਗਜ਼ਾਮ ਦੇ ਨਾਲ ਨਾਲ ਬਹੁਤ ਕੰਪੀਟੀਸ਼ਨ ਹਾਈ ਆ, ਹੈ ਨਾ, ਇੱਕ ਨੰਬਰ ਦਾ ਫਰਕ ਪੈ ਜਾਂਦਾ। ਵੀ ਉਹ ਚੀਜ਼ ਕਰਦੇ ਕਰਦੇ ਵੀ ਮੈਨੂੰ ਇੰਨਾ ਕੁ ਮੈਂ ਡਿਪਰੈਸ਼ਨ 'ਚ ਹੋਣ ਲੱਗ ਗਈ, ਕਿਉਂਕਿ ਇੱਧਰੋਂ ਮੇਰੇ ਪ੍ਰੈਸ਼ਰ ਮੇਰੇ ਪਾਪਾ ਦਾ ਸੀਗਾ। ਮੈਂ ਜਦੋਂ ਕਮਰੇ 'ਚ ਬੈਠਣਾ, ਉਹਨਾਂ ਨੇ ਬਸ ਮੈਨੂੰ ਇੱਕੋ ਗੱਲ ਕਹਿਣੀ ਵੀ ਤੂੰ ਪੜ੍ਹ ਲਾ, ਫੇਰ ਫੋਨ 'ਤੇ ਪੜ੍ਹ ਲਾ, ਫੇਰ ਫੋਨ 'ਤੇ। ਮਤਲਬ ਆਹ ਚੀਜ਼ ਜੇ ਮੈਨੂੰ ਇੰਨਾ ਕੁ ਮੈਂ ਡਿਪਰੈਸ਼ਨ 'ਚ ਹੋ ਗਈ ਸੀ ਵੀ ਮੈਂ ਕਰਾਂ ਤਾਂ ਕੀ ਕਰਾਂ, ਇੰਨੀ ਛੇਤੀ ਮੈਂ ਕੀ ਹਾਂ ਕਰਦਾ ਵਿਆਹ ਲਈ, ਵੀ ਜੇ ਮੈਂ ਹਾਂ ਕਰ ਦਿੰਦੀ ਹਾਂ ਵਿਆਹ ਲਈ, ਇਹਨਾਂ ਨੇ ਤਾਂ 3-4 ਮਹੀਨਿਆਂ ਨੂੰ ਮੇਰਾ ਵਿਆਹ ਕਰ ਦੇਣਾ। ਬਟ ਜਿਹੜੇ ਮੇਰੇ ਸੁਪਨੇ ਨੇ, ਜੋ ਮੈਂ ਸੋਚਦੀ ਹਾਂ ਵੀ ਮੈਂ ਕੱਲ੍ਹ ਨੂੰ ਜੋਬ ਕਰਨੀ ਆ, ਪਤਾ ਨਹੀਂ ਉਹ ਕੱਲ੍ਹ ਨੂੰ ਕਿਹੋ ਜਿਹੇ ਮੈਨੂੰ ਪਰਿਵਾਰ ਮਿਲਣਾ ਨਹੀਂ ਮਿਲਣਾ, ਜੋ ਹੋਣਾ ਉਹ ਅੱਜ ਹੀ ਹੋ ਜਾਣਾ। ਜੇ ਵਿਆਹ ਇੱਕ ਵਾਰੀ ਹੋ ਗਿਆ, ਮੁੜ ਕੇ ਨਹੀਂ ਉਹ ਚੀਜ਼ ਹੋ ਸਕਦੀ। ਅਗਲਿਆਂ ਨੇ ਵੀ ਉਹੀ ਗੱਲ ਆ ਵੀ ਜੇ ਮੈਂ ਇੰਨਾ, ਉਹ ਵੀ ਮੇਰੇ 'ਤੇ ਪ੍ਰੈਸ਼ਰ ਹੀ ਪਾਉਣਗੇ ਅੱਗੇ ਜਾ ਕੇ। ਜੇ ਮੈਂ ਉਹਨਾਂ ਨੂੰ ਕਹੂੰਗੀ ਮੈਂ ਗੌਰਮੈਂਟ ਜੋਬ ਕਰਨੀ ਆ, ਉਹ ਵੀ ਅਗਲੇ ਕਹਿਣਗੇ ਇੰਨਾ ਪੈਸਾ ਕੌਣ ਲਾਵੇ ਤੇਰੇ 'ਤੇ, ਇੰਨਾ ਕੌਣ ਤੈਨੂੰ ਕਰਾਵੇ, ਪਹਿਲਾਂ ਨਹੀਂ ਕਰ ਸਕੀ, ਹੈ ਨਾ। ਬਹੁਤ ਗੱਲਾਂ ਹੁੰਦੀਆਂ ਨੇ, ਇਹਨਾਂ ਚੀਜ਼ਾਂ ਨੇ ਮੇਰੇ 'ਤੇ ਬਹੁਤ ਜ਼ਿਆਦਾ, ਮੈਂ ਡਿਪਰੈਸ਼ਨ 'ਚ ਹੀ ਆ ਚੁੱਕੀ ਸੀ। ਮਤਲਬ ਮੇਰਾ ਇੰਨਾ ਕੁ ਮੈਨੂੰ ਹੈਡੇਕ ਰਹਿੰਦਾ ਸੀਗਾ ਵੀ ਮੈਨੂੰ ਐਂ ਹੁੰਦਾ ਸੀ ਮੈਂ ਦੀਵਾਰ 'ਚ ਸਿਰ ਮਾਰ, ਇੰਨੀ ਬਿਮਾਰ ਰਹਿਣ ਲੱਗ ਗਈ ਸੀਗੀ ਮੈਂ, ਅੰਦਰ ਪਈ ਰਹਿਣਾ, ਬਹੁਤ ਮਤਲਬ ਮਾੜਾ ਹਾਲ ਸੀ। ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਸਮਝ ਆਇਆ, ਮੇਰੇ ਕੋਲ ਫ਼ੋਨ ਆਇਆ, ਹੈ ਨਾ, ਉੱਥੋਂ ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਈ। ਫਿਰ ਮੈਂ ਸਭ ਕੁਝ ਛੁਡਾ ਦਿੱਤਾ ਵੀ ਛੱਡ ਪਰਾਂ, ਵੀ ਚੱਲਣ ਦੇ, ਵੀ ਜਿਵੇਂ ਚੱਲਦਾ, ਵੀ ਇੱਕ ਵਾਰੀ ਇਹ ਜ਼ਿੰਦਗੀ 'ਚੋਂ ਨਿਕਲ ਕੇ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਵੜਨਾ ਹੈ। ਫਿਰ ਮੈਂ ਆਪਣੀ ਇਹ ਵਾਲੀ ਲਾਈਨ ਦੇ ਵਿੱਚ ਆਈ ਵੀ ਮੈਂ ਆਪਦੀ ਐਕਟਿੰਗ ਲਾਈਨ ਜੁਆਇਨ ਕਰ ਲਈ। ਵੈਬ ਸੀਰੀਜ਼ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ, ਫਿਰ ਘਰ ਦੇ ਸਪੋਰਟ ਕਰਦੇ ਨੇ? ਸਟਾਰਟਿੰਗ ਦੇ ਵਿੱਚ ਜਦੋਂ ਮੈਂ ਵੈਬ ਸੀਰੀਜ਼, ਹਾਂਜੀ ਜਦੋਂ ਵਾਰਦਾਤ ਕੀਤਾ, ਉਦੋਂ ਚਲੋ ਮੇਰੇ ਪਾਪਾ ਹੀ ਮੈਨੂੰ ਛੱਡ ਕੇ ਆਉਂਦੇ ਸੀ, ਲੈ ਕੇ ਆਉਂਦੇ ਸੀਗੇ। ਉਹਨਾਂ ਨੂੰ ਐਂ ਹੋ ਰਿਹਾ ਸੀਗਾ ਵੀ ਕਿਸੇ ਚੰਗੇ ਬੰਦਿਆਂ ਨਾਲ ਕੰਮ ਚੱਲ ਰਿਹਾ ਚਲੋ। ਫਿਰ ਉਹ ਤੋਂ ਬਾਅਦ ਜਦੋਂ ਮੈਂ ਇੱਧਰ ਉੱਧਰ ਆਉਣਾ ਜਾਣਾ, ਹੈ ਨਾ, ਤਾਂ ਮੇਰੇ ਪੇਰੈਂਟਸ ਨੂੰ ਥੋੜ੍ਹਾ ਜਿਹਾ ਤਾਂ ਹੁੰਦਾ ਸੀ, ਹੁਣੇ ਵੀ ਕਈ ਵਾਰੀ ਕਹਿ ਦਿੰਦੇ ਨੇ, ਉਹ ਐਸੀ ਗੱਲ ਨਹੀਂ ਹੈਗੀ, ਕਹਿ ਦਿੰਦੇ ਹੁੰਦੇ ਨੇ ਪੋਸਟ ਆਈ ਹੋਈ ਆ, ਪੋਸਟ ਵੀ ਭਰ ਲਾ, ਨਾਲ ਨਾਲ ਪੇਪਰ ਦੀ ਤਿਆਰੀ ਕਰ ਲਾ। ਤਾਂ ਮੈਂ ਉਹਨਾਂ ਨੂੰ ਕਹਿ ਦਿੰਦੀ ਹੁੰਦੀ ਹਾਂ ਵੀ ਹੁਣ ਤੁਸੀਂ ਮੈਨੂੰ ਹੁਣ ਨਾ ਬੋਲੋ, ਵੀ ਹੁਣ ਤਾਂ ਮੈਂ ਜਿਹੜੀ ਲਾਈਨ ਜੁਆਇਨ ਕਰ ਲਈ ਆ ਬਸ। ਹੁਣ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਵੀ ਇਹਦੇ 'ਚ ਹੀ ਤਰੱਕੀ ਕਰਨੀ ਹੈ, ਇਹ 'ਚ ਹੀ ਅੱਗੇ ਵਧਣਾ ਆ, ਇਹੀ ਆਪਣਾ ਰੋਜ਼ਗਾਰ। ਕਿਉਂ ਮੇਰੀ ਮੰਮਾ ਮੈਨੂੰ ਹਜੇ ਵੀ ਕਈ ਵਾਰ ਕਹਿ ਦਿੰਦੇ ਨੇ ਉਹ ਵੀ
ਕਿਉਂਕਿ ਮੇਰੀ ਮੰਮਾ ਨੂੰ ਐ ਹੁੰਦਾ ਸੀ ਵੀ ਇਹ ਲੋਕਲ ਜੋਬ ਕਰ ਲੇ ਪਟਿਆਲੇ 'ਚ ਹੀ, ਵੀ ਕਿਤੇ ਲੱਗ ਜੇ, ਕਿਤੇ ਬੈਂਕ 'ਚ ਲੱਗ ਜੇ, ਜਿਵੇਂ ਪ੍ਰਾਈਵੇਟ ਰੱਖ ਲੈਂਦੇ ਨੇਗੇ, ਵੀ ਕਿਤੇ ਇਹੀ ਜਗ੍ਹਾ ਤੇ ਲੱਗ ਜੇ 7-8 ਹਜ਼ਾਰ ਤੇ ਮੈਂ ਮੰਮਾ ਨੂੰ ਕਹਿੰਦੀ ਹੁੰਦੀ ਸੀ ਕਿ ਵੀ ਨਹੀਂ, ਵੀ ਉਹ ਕੰਮ ਨਹੀਂ ਮੈਂ ਕਰਨਾ ਹੈਗਾ, ਵੀ ਸਾਰਾ ਦਿਨ ਬੰਨਣ ਵਾਲਾ ਨਹੀਂ, ਮੈਂ ਆਪਦੀ ਮਰਜ਼ੀ ਨਾਲ ਜੀਣਾ ਚਾਹੁੰਦੀ, ਕਿਸੇ ਦੇ ਅੰਡਰ ਨਹੀਂ ਕਰਕੇ ਕੁਛ। ਹਾਂ, ਵੀ ਮੈਂ ਆਪਣੀ ਮਰਜ਼ੀ ਨਾਲ ਜੀਣਾ ਚਾਹੁੰਦੀ ਹਾਂ। ਹੁਣ ਆਜ਼ਾਦੀ ਨਾਲ ਜੀਣੀ ਆ ਮੈਂ। ਐਕਟਿੰਗ ਆ, ਦੇਖੋ ਪ੍ਰਮਾਤਮਾ ਨੇ ਮੈਨੂੰ ਇਹ ਚੀਜ਼ ਮੇਰੇ ਅੰਦਰ ਦਿੱਤੀ ਆ, ਮੈਨੂੰ ਮਾਣ ਨਹੀਂ ਹੈਗਾ, ਠੀਕ ਹੈ, ਤੇ ਮੈਨੂੰ ਪ੍ਰਮਾਤਮਾ ਨੇ ਇਹ ਚੀਜ਼ ਦਿੱਤੀ ਆ, ਮੈਂ ਇਸ ਚੀਜ਼ ਨੂੰ ਬਾਹਰ ਕੱਢਣਾ ਚਾਹੁੰਦੀ ਹਾਂ, ਲੋਕਾਂ ਨੂੰ ਦਿਖਾਉਣਾ ਚਾਹੁੰਦੀ ਹਾਂ ਇਸ ਚੀਜ਼ ਨੂੰ ਕਿ ਮੇਰੇ ਅੰਦਰ ਉਹ ਚੀਜ਼ ਪ੍ਰਮਾਤਮਾ ਨੇ ਪਾਈ ਆ, ਹੈ ਨਾ, ਵੀ ਉਹ ਹੁਨਰ ਹੈ ਮੇਰੇ 'ਚ ਐਕਟਿੰਗ ਦਾ, ਤੇ ਵੀ ਬਸ ਇੱਦਾਂ ਹੀ ਪ੍ਰਮਾਤਮਾ ਅੱਗੇ ਸਾਥ ਦਿੰਦਾ ਰਹੇ ਤਾਂ ਵਧੀਆ ਆ। ਜਦੋਂ ਸਭ ਕੁਝ ਹੁੰਦਾ ਹੈ ਨਾ ਬੰਦੇ ਕੋਲ, ਇੱਕ ਹੋਪ ਇਹੀ ਹੁੰਦੀ ਕਿ ਪੇਰੈਂਟਸ ਸਪੋਰਟ ਕਰਨ। ਤੁਹਾਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਬਚਪਨ ਤੋਂ, ਫਿਰ ਜਦੋਂ ਸਟੱਡੀ ਕੰਪਲੀਟ ਹੁੰਦੀ ਹੈ ਤੁਸੀਂ ਉਸ ਰਾਹ ਨੂੰ ਤੁਰਨਾ ਸ਼ੁਰੂ ਕਰ ਦਿੰਦੇ ਆ, ਪਰ ਉਦੋਂ ਟੁੱਟੇ ਸੀ ਜਦੋਂ ਘਰੋਂ ਬਿਲਕੁਲ ਵੀ ਸਪੋਰਟ ਨਹੀਂ ਮਿਲੀ? ਕਿਉਂਕਿ ਜਦੋਂ ਅਸੀਂ ਬਚਪਨ 'ਤੇ ਕਹਿੰਦੇ ਹਾਂ ਤਾਂ ਘਰ ਦੇ ਚਲੋ ਅਸੀਂ ਸੋਚਦੇ ਨੇ ਕਿ ਛੋਟੇ ਨੇ, ਹੈ ਨਾ, ਕਿ ਅੱਗੇ ਸ਼ਾਇਦ ਜਾ ਕੇ ਸਮਝ ਜਾਏਗੀ, ਅੱਗੇ ਜਾ ਕੇ ਸਾਡੇ ਕਹਿਣ ਦੇ ਅਨੁਸਾਰ ਚੱਲਣਗੇ ਜਾਂ ਜੋ ਅਸੀਂ ਕਹਾਂਗੇ ਉਹ ਕਿੱਤਾ ਅਪਣਾਉਣਗੇ। ਫਿਰ ਉਦੋਂ ਦਿਲ ਟੁੱਟਿਆ ਸੀਗਾ ਕਿ ਜਿਨ੍ਹਾਂ ਨੇ ਮੈਨੂੰ ਇੱਕੋ ਹੀ ਹੋਪ ਆ ਕਿ ਪੇਰੈਂਟਸ ਸਪੋਰਟ ਕਰਨਗੇ, ਹੁਣ ਮੈਨੂੰ ਉੱਥੋਂ ਹੀ ਨਹੀਂ ਮਿਲ ਰਹੀ, ਹੁਣ ਮੈਂ ਕਿੱਧਰ ਜਾਵਾਂ? ਇਹੀ ਗੱਲ ਹੈ ਬਿਲਕੁਲ। ਇੱਥੋਂ ਹੀ ਤਾਂ ਮੈਂ ਡਿਪਰੈਸ਼ਨ 'ਚ ਜ਼ਿਆਦਾ ਆ ਗਈ ਸੀਗੀ, ਕਿਉਂਕਿ ਮੈਨੂੰ ਇਹ ਸਪੋਰਟ ਨਹੀਂ ਸੀ ਕਰਦੇ। ਸਿਰਫ ਮੇਰੇ ਪੇਰੈਂਟਸ ਦੀ ਇੱਕੋ ਗੱਲ ਸੀਗੀ ਕਿ ਵਿਆਹ ਕਰਾਉਣਾ ਤੇ ਆਪਣਾ ਪਰਿਵਾਰ ਬਸ ਦੇਖਣਾ। ਮੇਰੇ ਪਾਪਾ ਦੀ ਥਿੰਕਿੰਗ ਇਹੀ ਸੀ, ਜਦੋਂ ਰਿਟਾਇਰ ਹੋ ਕੇ ਆਏ ਉਹਨਾਂ ਨੂੰ ਐਂ ਹੁੰਦਾ ਸੀਗਾ ਬਸ ਵਿਆਹ ਹੋ ਜੇ, ਬਸ ਤੁਸੀਂ ਜਾਓ ਆਪਦਾ ਵਿਆਹ ਕਰਾ ਕੇ ਆਪਦੇ ਪਰਿਵਾਰ ਦੇਖੋ, ਉਹਨਾਂ ਨੂੰ ਐਂ ਹੁੰਦਾ ਸੀਗਾ। ਬਟ ਮੈਂ ਇਹਨਾਂ ਨੂੰ ਐਂ ਕਹਿਣਾ ਚਾਹੁੰਦੀ ਸੀਗੀ ਕਿ ਵਿਆਹ ਤਾਂ ਦੇਖੋ ਸਭ ਦੇ ਹੀ ਹੋ ਜਾਣੇ ਨੇ, ਮੇਰਾ ਵੀ ਹੋ ਜਾਣਾ, ਬਟ ਮੈਂ ਆਪਦੇ ਪੈਰਾਂ 'ਤੇ ਸਟੈਂਡ ਹੋਣਾ ਚਾਹੁੰਦੀ ਹਾਂ। ਕਿਉਂਕਿ ਮੈਂ ਅੱਜ ਵੀ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਤਾਂ ਪਰਮਾਤਮਾ ਦੇ ਲਿਖੇ ਹੋਏ ਨੇ ਵੀ ਵਿਆਹ ਕਿਹੋ ਜਿਹੇ ਘਰਾਂ 'ਚ ਹੋਣਾ, ਹੈ ਨਾ, ਕਿਸੇ ਨੂੰ ਨਹੀਂ ਪਤਾ ਵੀ ਮੇਰਾ ਜਿਹੇ ਜਿਹੇ ਘਰ 'ਚ ਵੀ ਵਿਆਹ ਹੁੰਦਾ ਆ, ਵੀ ਮੈਂ ਉਸ ਬੰਦੇ ਦਾ ਸਾਥ ਦੇਣਾ ਚਾਹੁੰਦੀ ਹਾਂ, ਅੱਗੇ ਮੈਂ ਉਹਦੇ ਨਾਲ ਖੜਨਾ ਚਾਹੁੰਦੀ ਹਾਂ। ਐ ਨਹੀਂ ਵੀ ਮੈਂ ਬੈਠੀ ਰਹਾਂ ਤੇ ਉਹ ਕਮਾਵੇ। ਅੱਜ ਦਾ ਟਾਈਮ ਇਹੋ ਜਿਹਾ ਕਿ ਜੇ ਦੋਨੋਂ ਕਮਾਉਣਗੇ ਤਾਂ ਸਹੀ ਆ। ਮੈਂ ਨਾਲ ਉਹਦਾ ਸਾਥ ਦੇਣਾ ਚਾਹੁੰਦੀ ਹਾਂ, ਮੈਂ ਕਿਸੇ 'ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦੀ। ਬਸ ਆਹ ਚੀਜ਼ ਸੀਗੀ, ਇਹ ਚੀਜ਼ ਉਹ ਮੇਰੇ ਪੇਰੈਂਟਸ ਸਮਝਦੇ ਨਹੀਂ ਸੀਗੇ। ਹੁਣ ਬੜੀ ਮੁਸ਼ਕਿਲ ਨਾਲ ਮਾੜਾ ਮੋਟਾ ਚਲੋ ਸਮਝਣ ਲੱਗੇ ਨੇਗੇ, ਬਟ ਐਵੇਂ ਆ ਵੀ ਹਜੇ ਵੀ ਉਹ ਬੋਲ ਦਿੰਦੇ ਨੇ, ਮੈਂ ਹਜੇ ਵੀ ਟਾਈਮ ਮੰਗੀ ਜਾਂਦੀ ਹਾਂ ਉਹਨਾਂ ਤੋਂ ਕਿ ਵੀ ਹੋਰ ਰੁਕ ਜਾਓ, 3-4 ਮਹੀਨੇ ਰੁਕ ਜਾਓ। ਹਜੇ ਮੇਰੇ ਪੇਰੈਂਟਸ ਕਹਿ ਦਿੰਦੇ ਨੇਗੇ ਵੀ ਮੁੰਡਾ ਦੇਖ ਲੈਂਦੇ ਤੇਰੇ ਵਾਸਤੇ। ਮੈਂ ਉਹਨਾਂ ਨੂੰ ਕਹਿੰਦੀ ਹਾਂ ਰੁਕ ਜਾਓ, ਵੀ ਮੇਰਾ ਚੱਲ ਰਿਹਾ ਹਜੇ, ਰੁਕ ਜਾਓ, ਵੀ ਮੇਰਾ ਚੈਨਲ ਨੂੰ ਸਟਾਰਟ ਹੋ ਲੈਣ ਦਿਓ, ਮੈਂ ਕੰਮ ਕਰਨਾ ਚਾਹੁੰਦੀ ਆਪਣੇ ਚੈਨਲ 'ਤੇ ਵੀ। ਮੈਂ ਆਪਣੇ ਚੈਨਲ ਮੈਂ ਤਿਆਰ ਕੀਤਾ ਹੋਇਆ, ਬਣਿਆ ਹੋਇਆ ਮੇਰਾ ਚੈਨਲ, ਬਟ ਗੱਲ ਇਹ ਹੈ ਵੀ ਮੈਂ ਆਪਣੇ ਚੈਨਲ 'ਤੇ, ਮੈਨੂੰ ਖੁਦ ਨੂੰ ਹਜੇ ਆਪਣੇ ਚੈਨਲ 'ਤੇ ਕੰਮ ਕਰਨ ਦਾ ਟਾਈਮ ਨਹੀਂ ਹੈ, ਕਿਉਂਕਿ ਮੈਨੂੰ ਦੂਜੇ ਚੈਨਲਾਂ ਤੋਂ ਫੋਨ ਆ ਜਾਂਦੇ ਨੇ, ਕਾਲਸ ਆਉਂਦੀਆਂ ਨੇਗੀਆਂ, ਮੈਨੂੰ ਭੱਜਣਾ ਪੈਂਦਾ। ਐ ਨਹੀਂ ਪਤਾ ਲੱਗਦਾ ਵੀ ਸ਼ਾਮ ਨੂੰ ਕਾਲ ਆਵੇ ਤਾਂ ਮੈਨੂੰ ਮਾਰਨਿੰਗ ਸਵੇਰੇ ਨਿਕਲਣਾ ਪੈ ਜਾਂਦਾ। ਮੇਰੇ ਪੇਰੈਂਟਸ ਹੁਣ ਕਹਿੰਦੇ ਤਾਂ ਹੈਗੇ ਨੇ ਵੀ ਤੂੰ ਆਪਣੇ ਚੈਨਲ 'ਤੇ ਕੰਮ ਕਰ ਲਓ, ਵੀ ਐਂ ਤਾਂ ਸਾਥ ਦਿੰਦੇ ਨੇ, ਬੋਲਦੇ ਨੇ, ਬਟ ਉਹੀ ਇਹ ਵੀ ਟਾਈਮ ਹੀ ਨਹੀਂ ਲੱਗਦਾ ਹੁਣ ਆਪਣੇ ਚੈਨਲ 'ਤੇ ਵੀ ਕੰਮ ਕਰਨ ਨੂੰ। ਬੇਸ਼ੱਕ ਸਪੋਰਟ ਨਹੀਂ ਮਿਲੀ, ਸਹਾਰਾ ਨਹੀਂ ਕੋਈ ਮਿਲਿਆ, ਪਰ ਤੁਸੀਂ ਹੁਣ ਜੇ ਅਸੀਂ ਗੱਲ ਕਰੀਏ ਤਾਂ 7-8 ਮਹੀਨਿਆਂ ਦੇ ਵਿੱਚ ਬਹੁਤ ਕੰਮ ਕਰ ਲਿਆ, ਤੇ ਇਹ ਦੇਖਦੇ ਹੋ ਕਿ ਜੇ ਤੁਹਾਨੂੰ ਪਿੱਛੋਂ ਸਪੋਰਟ ਨਹੀਂ ਮਿਲੀ ਤੇ ਅੱਗੇ ਸਟਰਗਲ ਘੱਟ ਕਰਨਾ ਪਿਆ? ਹਾਂਜੀ, ਇਹ ਚੀਜ਼ ਤਾਂ ਹੈਗੀ ਹੈ, ਪਿੱਛੋਂ ਸਪੋਰਟ ਤਾਂ ਮਿਲੀ ਨਹੀਂ ਹੈਗੀ, ਸਟਰਗਲ ਜ਼ਿਆਦਾ ਆ, ਹਜੇ ਵੀ ਜ਼ਿਆਦਾ ਆ ਸਟਰਗਲ। ਮੈਨੂੰ ਲੱਗਦਾ ਵੀ ਸ਼ਾਇਦ ਅੱਗੇ ਵੀ ਪਰਮਾਤਮਾ 'ਤੇ ਹੈ ਤਾਂ ਹੁਣ ਜੇ ਕੋਈ ਐਸੀ ਵੈਸੀ ਚੀਜ਼, ਕੋਈ ਚੀਜ਼ ਸਾਡੀ ਵਧੀਆ ਵਾਇਰਲ ਹੋ ਜਾਂਦੀ ਆ, ਹੈ ਨਾ, ਚਲੋ ਫਿਰ ਤਾਂ ਪਰਮਾਤਮਾ ਹੱਥ ਫੜ ਲੈਂਦਾ, ਸਮਝ ਲੈਂਦੇ ਆ ਵੀ ਪਿੱਛੋਂ ਮੈਨੂੰ ਸਪੋਰਟ ਬਹੁਤ ਘੱਟ ਹੋਈ ਆ। ਹੁਣ ਜਾ ਕੇ ਥੋੜ੍ਹੀ ਬਹੁਤੀ ਪੇਰੈਂਟਸ ਸਾਥ ਦੇਣ ਲੱਗੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਚਲੋ ਵੀ ਸਾਡੀ ਕੁੜੀ ਦੀਆਂ ਵੀਡੀਓਜ਼ ਚੜ੍ਹਨ ਲੱਗ ਗਈਆਂ। ਜਿਹੜੇ ਅਮਨ ਮਾਨਸਾ ਵਾਲੇ ਚੈਨਲ ਵਾਲੇ ਨੇ ਉਹਨਾਂ ਨਾਲ ਵੀ ਮੈਂ ਕੰਮ ਕਰਦੀ ਹਾਂ, ਉਹਨਾਂ ਨਾਲ ਮੇਰੀ ਵੀਡੀਓਜ਼ ਚੱਲ ਰਹੀ ਹੈ। ਇੱਕ ਅੰਗੂਰੀ ਭਾਬੀ, ਉਹਦੇ 'ਚ ਮੈਂ ਬਿਹਾਰਨ ਦਾ ਰੋਲ ਕੀਤਾ ਹੋਇਆ, ਹਿੰਦੀ, ਕਿਉਂਕਿ ਮੈਨੂੰ ਐਂ ਲੱਗਦਾ ਵੀ ਮੈਂ ਪੰਜਾਬੀ ਨਾਲੋਂ ਵੱਧ ਜ਼ਿਆਦਾ ਹਿੰਦੀ ਵਧੀਆ ਬੋਲਦੀ ਹਾਂ, ਕਿਉਂਕਿ KV ਦੇ ਪੜ੍ਹੇ ਹੋਏ ਕਰਕੇ, ਕੇਂਦਰੀ ਵਿਦਿਆਲਿਆ ਸਕੂਲ ਹੁੰਦੇ ਨੇ ਨਾ, ਉਹ ਹਿੰਦੀ ਹੁੰਦੀ ਆ, ਇਸ ਕਰਕੇ। ਜਿੱਦਾਂ ਕਿ ਤੁਹਾਨੂੰ ਵੀ ਕਿਤੇ ਨਾ ਕਿਤੇ ਡਰ ਸੀਗਾ ਕਿ ਅਗਰ ਤੁਹਾਨੂੰ ਕੋਈ ਮੈਸੇਜ ਕਰਦਾ ਹੈ ਤਾਂ ਤੁਸੀਂ ਉਹ ਬੰਦੇ ਜੈਨੂਅਨ ਹੈ ਜਾਂ ਨਹੀਂ। ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਕਹਾਣੀਆਂ ਰੀਅਲ 'ਚ ਵੀ ਸੁਣੀਆਂ, TV 'ਚ ਵੀ ਦੇਖਦੇ ਹਾਂ। ਐਜ਼ ਏ ਫੀਮੇਲ ਤੁਹਾਨੂੰ ਕੋਈ ਦਿੱਕਤ ਆਈ, ਕੋਈ ਪਰੇਸ਼ਾਨੀ ਆਈ ਹੈ ਕੋਈ ਵੀ ਕੰਮ ਜਾਂ ਕੋਈ ਪ੍ਰੋਜੈਕਟ ਕਰਦੇ ਵਕਤ? ਨਹੀਂ, ਮੈਨੂੰ ਹੁਣ ਤੱਕ ਮੈਂ ਐਵੇਂ ਕਹਾਂ, ਮੈਂ ਕਹਿੰਦੀ ਜੇ ਪਟਿਆਲੇ ਦੇ ਵਿੱਚ ਕੋਈ ਕੁੜੀ ਸੇਫ ਆ ਤਾਂ ਉਹ ਸ਼ਕਤੀ ਰਾਜਪੂਤ ਦੇ ਨਾਲ ਸੇਫ ਆ। ਮੈਂ ਉਹਨਾਂ ਦੀ ਉਹ ਕਰਨ ਵਾਸਤੇ ਨਹੀਂ ਦੱਸ ਰਹੀ, ਮੈਂ ਸੀਰੀਅਸਲੀ ਦੱਸਦੀ ਹਾਂ, ਕਿਉਂਕਿ ਵੀ ਮੈਂ ਉਹਨਾਂ ਦੇ ਨਾਲ ਜਦੋਂ ਕੰਮ ਕੀਤਾ ਮੈਂ ਇੰਨੀ ਕੁ ਸੇਫ ਸੀਗੀ ਉੱਥੇ, ਬਹੁਤ ਜ਼ਿਆਦਾ ਮੈਨੂੰ ਪਿਆਰ ਵੀ ਬਹੁਤ ਮਿਲਿਆ ਉੱਥੋਂ, ਹੈ ਨਾ। ਅਤੇ ਉਹ ਤੋਂ ਬਾਅਦ ਵੀ ਹੁਣ ਤੱਕ ਵੀ ਜਿਨ੍ਹਾਂ ਨਾਲ ਮੈਂ ਕੰਮ ਕਰ ਰਹੀ ਹਾਂ ਜਿਹੜੇ ਚੈਨਲਾਂ 'ਤੇ, ਬਹੁਤ ਸਹੀ ਨੇਗੇ, ਉਹ ਬੜੇ ਰਿਸਪੈਕਟ ਕਰਦੇ ਨੇ, ਬਹੁਤ ਹੀ ਪਿਆਰ ਨਾਲ ਲੈ ਕੇ ਜਾਂਦੇ ਨੇ, ਛੱਡ ਕੇ ਜਾਂਦੇ ਨੇ, ਬਹੁਤ ਹੀ ਸਹੀ ਤਰੀਕੇ ਨਾਲ ਆ। ਬਟ ਮੈਂ ਇਹ ਵੀ ਕਹਿਣਾ ਚਾਹੁੰਦੀ ਕਿ ਸਾਰੇ ਵੀ ਇੱਦਾਂ ਦੇ ਨਹੀਂ ਹੁੰਦੇ, ਜੇ ਆਪਾਂ ਕਹੀਏ ਕਈ ਲੋਕ ਇਹਦੇ 'ਚ ਮਾੜੇ ਵੀ ਹੁੰਦੇ ਨੇ, ਪਰ ਹਾਲੇ ਤੱਕ ਆਪਣੇ ਨਾਲ ਇੱਦਾਂ ਦਾ ਕੁਛ ਹੋਇਆ ਨਹੀਂ ਹੈਗਾ। ਪਰ ਉਹ ਇਹ ਵੀ ਇੰਸਟਾ 'ਤੇ ਸਾਨੂੰ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ, ਕਈ ਕਹਿ ਦਿੰਦੇ ਨੇ ਵੀ ਮੈਡਮ ਅਸੀਂ ਤੁਹਾਡੇ ਨਾਲ ਸ਼ੂਟਿੰਗ ਕਰਨੀ ਆ। ਮੇਰੇ ਹਿਸਾਬ ਨਾਲ ਕਈ ਤਾਂ ਮਖੌਲ ਹੀ ਕਰਦੇ ਹੁੰਦੇ ਨੇਗੇ, ਕਿਉਂਕਿ ਇੱਕ ਵਾਰੀ ਕਹਿਣ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਟਾਈਮ ਮੰਗਦੇ ਹਾਂ ਜਾਂ ਪੇਮੈਂਟ ਦੀ ਗੱਲ ਕਰਦੇ ਹਾਂ, ਫਿਰ ਉਹ ਰਿਪਲਾਈ ਨਹੀਂ ਕਰਦੇ ਅੱਗੋਂ ਦੀ।
ਉਹੀ ਗੱਲ ਹੋ ਜਾਂਦੀ ਹੈ ਤਾਂ ਮਖੌਲ ਵਾਲੀ ਗੱਲ ਹੁੰਦੀ ਆ, ਹੈ ਨਾ। ਫਿਰ ਥੋੜ੍ਹੇ ਦਿਨਾਂ ਬਾਅਦ ਫਿਰ ਮੈਸੇਜ ਕਰਨ ਲੱਗ ਜਾਂਦੇ ਨੇ ਵੀ ਮਤਲਬ ਵੀ ਉਹ ਚੀਜ਼ ਨੂੰ ਮੈਂ ਪਸੰਦ ਨਹੀਂ ਕਰਦੀ ਹੈਗੀ ਵੀ ਲੋਕ ਕਈ ਤੁਹਾਨੂੰ ਪਤਾ ਹੀ ਹੈ ਵੀ ਜੈਨੂਇਨ ਨਹੀਂ ਹੁੰਦੇ ਇਹਦੇ 'ਚ। ਸ਼ੁਰੂਆਤ ਵਾਰਦਾਤ ਤੋਂ ਹੁੰਦੀ ਹੈ, ਅੱਗੇ ਫਿਊਚਰ ਕਿੱਥੇ ਦੇਖਦੇ ਹੋ? ਅੱਗੇ ਫਿਊਚਰ ਹੁਣ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਕਿੱਥੇ ਦੇਖਦੇ ਆ। ਅਗਰ ਉਹਨਾਂ ਨੇ, ਮੈਂ ਕਹਿੰਦੀ ਅਗਰ ਆਪਾਂ ਸਹੀ ਨੀਤ ਨਾਲ ਸਹੀ ਤਰੀਕੇ ਨਾਲ ਵਧੀਆ ਕੰਮ ਕਰਦੇ ਰਹੇ, ਜੋ ਲੋਕਾਂ ਨੂੰ ਪਸੰਦ ਆਉਂਦਾ ਰਿਹਾ, ਸਾਫ਼ ਸੁਥਰਾ ਕੰਮ ਕਰਦੇ ਰਹੇ, ਤਾਂ ਮੈਂ ਕਹਿੰਦੀ ਪ੍ਰਮਾਤਮਾ ਉਹ ਦਿਨ ਦੂਰ ਨਹੀਂ ਜਦੋਂ ਵਧੀਆ ਚੜ੍ਹਾਈਆਂ 'ਤੇ ਹੋਵਾਂਗੇ। ਜਾਂਦੇ ਜਾਂਦੇ ਆਪਣੇ ਕਿਰਦਾਰ ਦਾ ਇੱਕ ਡਾਇਲੋਗ ਜ਼ਰੂਰ ਸੁਣਾਓ। ਹਾਂਜੀ, ਜਿਹੜਾ ਮਾਨਸਾ ਚੈਨਲ 'ਤੇ ਮੈਂ ਕਰ ਰਹੀ ਹਾਂ ਗੂਰੀ ਭਾਬੀ ਦਾ, ਉਹਦਾ ਹੈਗਾ ਹਿੰਦੀ ਦੇ ਵਿੱਚ। ਉਹ ਇੱਦਾਂ ਕਰਕੇ ਮੇਰੇ ਨਾਲ ਮੇਰੀ ਬੇਟੀ ਖੜੀ ਹੁੰਦੀ ਆ ਅਤੇ ਉਹਦੀ ਤਾਈ ਉਹਨੂੰ ਮਤਲਬ ਬੋਲਦੀ ਹੁੰਦੀ ਹੈ ਵੀ ਤੂੰ ਕੰਮ ਕਰ, ਤਾਂ ਮੈਂ ਉਹਨੂੰ ਜਾ ਕੇ ਬੋਲਦੀ ਹੁੰਦੀ ਹਾਂ, हे रे बबुआ समझ नहीं आता रे, हाँ स्कूल जाता नहीं रे, क्या कर रहे रे, चल रे कब से कपड़ा तैयार करके रखा है, देखी जा रही है मुँह को। ਬਹੁਤ ਖੂਬ। ਖੁਦ ਨੂੰ ਹਾਸੀ ਆਉਂਦੀ ਆ ਜਦੋਂ? ਬਸ ਸਾਰੇ ਹੀ ਹੱਸੇ ਸੀਗੇ ਜਦੋਂ ਮੈਂ ਫਸਟ ਟਾਈਮ ਦੀਦੀ ਹੋਰਾਂ ਨੂੰ ਕਰਕੇ ਦਿਖਾਇਆ। ਉਹ ਕਹਿੰਦੇ ਬਸ ਸਾਨੂੰ ਆਹੀ ਚੀਜ਼ ਚਾਹੀਦੀ ਸੀਗੀ, ਵੀ ਸਾਨੂੰ ਪਤਾ ਸੀਗਾ ਵੀ ਤੂੰ ਇਹ ਚੀਜ਼ ਕਰ ਲੇਂਗੀ। ਤਾਂ ਹੁਣੇ ਵੀ ਉਹਦੇ ਪਾਰਟ ਅੱਗੇ ਬਣੀ ਜਾਂਦੇ ਨੇਗੇ। ਮੈਂ ਲੋਕਾਂ ਨੂੰ ਇਹੀ ਕਹਿੰਦੀ ਵੀ ਪਲੀਜ਼ ਉਹਨੂੰ ਦੇਖਿਓ, ਮੇਰੀ ਫਿਲਮ ਨੂੰ, ਬਹੁਤ ਵਧੀਆ ਉਹ। ਅੱਜ ਖੁਸ਼ ਹੋ? ਅੱਜ ਜੋ ਤੁਸੀਂ ਕਰਨਾ ਚਾਹੁੰਦੇ ਸੀ ਉਹਦੇ 'ਚ ਕਿਤੇ ਨਾ ਕਿਤੇ ਉਹਦੇ ਉਸ ਕਿਰਦਾਰ ਦੇ ਵਿੱਚ, ਉਸ ਕਰੀਅਰ ਦੇ ਵਿੱਚ ਪੈਰ ਤੁਸੀਂ ਧਰ ਲਿਆ? ਹਾਂਜੀ, ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਐਵੇਂ ਕਹਾਂ, ਮੈਨੂੰ ਹੁਣ ਮੈਂ ਉਹ ਡਿਪਰੈਸ਼ਨ 'ਚ ਵੀ ਨਹੀਂ ਹੈਗੀ ਜਿਵੇਂ ਪਹਿਲਾਂ ਸੋਚਦੀ ਸੀਗੀ, ਹਮੇਸ਼ਾ ਟੈਨਸ਼ਨ 'ਚ। ਹੁਣ ਮੈਂ ਵਧੀਆ ਆਪਣੀ ਲਾਈਫ ਦੇ ਵਿੱਚ, ਹੈ ਨਾ, ਮੈਂ ਆਪਣਾ ਖਰਚਾ ਖੁਦ ਚੱਕਦੀ ਹਾਂ, ਆਪਣੇ ਪੇਰੈਂਟਸ 'ਤੇ ਵੀ ਡਿਪੈਂਡ ਨਹੀਂ ਹੈਗੀ ਵੀ ਉਹ ਮੇਰੇ 'ਤੇ, ਮੈਂ ਉਹਨਾਂ 'ਤੇ ਬੋਝ ਬਣਾ, ਕਹਿਣ ਦਾ ਮਤਲਬ ਆ ਮੈਂ ਆਪਣੇ ਆਪ ਖੁਦ ਕਰਦੀ ਹਾਂ ਅਤੇ ਮੇਰੇ ਪੇਰੈਂਟਸ ਵੀ ਖੁਸ਼ ਨੇ ਗਏ ਐਂ ਤਾਂ। ਚਲੋ ਬਾਕੀ ਰਹੀ ਗੱਲ ਵਿਆਹ ਦੀ, ਜੇ ਫਿਰ ਉੱਥੇ ਮੁੜ ਤੁੜ ਕੇ ਗੱਲ ਆ ਜਾਂਦੀ ਆ ਅਤੇ ਉਹ ਵੀ ਆਪਾਂ ਛੇਤੀ ਉਹ ਕਰਾਂਗੇ ਵਿਆਹ ਵੀ, ਕਿਉਂਕਿ ਉਹਨਾਂ ਦੀ ਵੀ ਮੰਨਣੀ ਆ। ਬਹੁਤ ਬਹੁਤ ਸ਼ੁਕਰੀਆ ਮੈਮ, ਗੱਲਬਾਤ ਕੀਤੀ ਤੁਸੀਂ। ਥੈਂਕ ਯੂ ਮੈਮ। ਸੋ ਜੀ ਇਹ ਸੀ ਸਾਡੇ ਨਾਲ ਮਨਦੀਪ ਕੌਰ। ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਦੀ ਜ਼ਿੰਦਗੀ ਤੋਂ ਕਿ ਜੇਕਰ ਤੁਹਾਡੇ ਨਾਲ ਕੋਈ ਨਹੀਂ ਹੈ ਤਾਂ ਉਹ ਪਰਮਾਤਮਾ ਤੁਹਾਡਾ ਸਾਥ ਦਿੰਦਾ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ। ਸੋ ਤੁਹਾਨੂੰ ਸਿਰਫ ਲੋੜ ਇੰਨੀ ਹੈ ਕਿ ਤੁਸੀਂ ਮਿਹਨਤ ਕਰਦੇ ਰਹੋ। ਤੇ ਇੱਧਰੋਂ ਸਾਡੇ ਚੈਨਲ ਮਿਲਦੇ ਹੋ ਇਜਾਜ਼ਤ। ਸਤਿ ਸ਼੍ਰੀ ਅਕਾਲ।